ਸਾਡਾ ਜਿਹੜਾ ਸਿਰ ਹੈ ਇਹ ਪੂਰੇ ਸਰੀਰ ਨੂੰ ਕੰਟਰੋਲ ਕਰਨ ਵਾਲਾ ਗੈਜਟ ਹੈ। ਔਰ ਸਰੀਰ ਨੂੰ ਕੰਟਰੋਲ ਕਰਨ ਵਾਲਾ ਗੈਜਟ ਜਿਹੜਾ ਕਿ ਸਾਨੂੰ ਚਲਾਉਂਦਾ ਹੈ ਉਹਦੀ ਸੁਰੱਖਿਆ ਵਾਸਤੇ ਅਸੀਂ ਸੋਚਦੇ ਹਾਂ ਕਿ ਇਹ ਜਸਟ ਹੈਲਮਟ ਜਿਹੜਾ ਹੈ ਇਹ ਮੇਰਾ ਇੱਕ ਚਲਾਨ ਬਚਾਉਣ ਦਾ ਜ਼ਰੀਆ ਹੈ। ਓਵਰ ਸਪੀਡਿੰਗ ਦਾ ਕਾਰਨ ਸਿਰਫ ਰੋਡ ਦੇ ਉੱਪਰ ਹੀ ਕੰਸੀਡਰ ਨਹੀਂ ਹੈ। ਓਵਰ ਸਪੀਡਿੰਗ ਦੇ ਨਾਲ ਇੱਕ ਬੰਦੇ ਦੇ ਅੰਦਰ ਕਾਹਲਪਣ ਜਿਹੜੀ ਆਉਂਦੀ ਹੈ, ਕਾਹਲਪਣ ਕਰਕੇ ਅਸੀਂ ਘਰੋਂ ਵੀ ਕਾਲੇ ਨਿਕਲਦੇ ਹਾਂ। ਆਫਿਸ 'ਚ ਜਾਣਾ ਉੱਥੋਂ ਵੀ ਕਾਲਾ, ਕਿਤੇ ਦਫ਼ਤਰ ਕੰਮ ਕਰਾਉਣ ਗਏ ਉੱਥੇ ਵੀ ਕਾਲੀ, ਠੀਕ ਹੈ ਨਾ। ਯਾਨੀ ਕਿਸੇ ਰਿਸ਼ਤੇਦਾਰੀ ਦੇ ਗਏ, ਸਕੂਲੇ ਗਏ ਜਾਂ ਕਿਤੇ ਵੀ ਗਏ, ਜਿਹੜੀ ਸਾਡੀ ਇੱਕ ਨੈਚੁਰਲ ਬਿਹੇਵੀਅਰ ਬਣ ਜਾਂਦਾ ਉਹ ਬਣ ਜਾਂਦਾ ਕਾਲੀ ਵਾਲਾ। ਟਰਾਂਸਪੋਰਟ ਮਿਨਿਸਟਰੀ ਨੇ ਵੀ ਇੱਕ ਕਦਮ ਚੁੱਕਿਆ ਹੈ ਕਿ ਹਾਈਵੇਜ਼ ਦੇ ਉੱਪਰ ਹਰ 12 ਤੋਂ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਰੈਸਟ ਰੂਮ ਬਣਾ ਰਹੇ ਆ। ਬੱਸ ਦੇ ਡਰਾਈਵਰ ਹੁੰਦੇ ਆ ਵੀ ਫਟਾਫਟ ਸਵਾਰੀ ਬਿਠਾ ਕੇ ਸਟਾਪੇਜ ਘੱਟ ਹੋਵੇ ਔਰ ਜਲਦ ਤੋਂ ਜਲਦ ਆਪਣੇ ਉਸ ਡੈਸਟੀਨੇਸ਼ਨ ਤੱਕ। ਡਰਾਈਵਰਾਂ ਦਾ ਇੱਕ ਓਵਰ ਕੌਨਫੀਡੈਂਸ ਹੈ ਜਿਹੜਾ ਜੀ, ਓਵਰ ਕੌਨਫੀਡੈਂਸ ਸਭ ਤੋਂ ਵੱਡਾ ਕਾਰਨ ਹੈ ਐਕਸੀਡੈਂਟ ਦਾ। ਦੇਸ਼ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਨੂਪ ਬੈਂਸ ਪ੍ਰੋਗਰਾਮ ਖਾਸ ਚਰਚਾ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਸੜਕੀ ਸੁਰੱਖਿਆ, ਸੜਕੀ ਨਿਯਮਾਂ ਅਤੇ ਉਹਨਾਂ ਤੋਂ ਬਚਾਓ ਬਾਰੇ। ਅੱਜ ਦੇ ਸਾਡੇ ਮਹਿਮਾਨ ਨੇ ਸ਼੍ਰੀ ਕੁੰਦਨ ਕੁਮਾਰ ਜੀ, ਜੋ ਕਿ ਪਿਛਲੇ 7 ਸਾਲਾਂ ਤੋਂ ਰੂਲ ਫਾਲੋਅਰਸ ਕਲੱਬ ਦੇ ਨਾਮ ਦਾ ਇੱਕ ਅਦਾਰਾ ਚਲਾ ਰਹੇ ਨੇ ਔਰ ਵੱਖ-ਵੱਖ ਤਰੀਕਿਆਂ ਦੇ ਨਾਲ ਸੜਕੀ ਸੁਰੱਖਿਆ ਤੇ ਸੜਕੀ ਨਿਯਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਨੇ ਔਰ ਜਾਗਰੂਕ ਕਰ ਰਹੇ ਨੇ। ਕੁੰਦਨ ਜੀ, ਸਵਾਗਤ ਹੈ। ਧੰਨਵਾਦ। ਕੁੰਦਨ ਜੀ, ਅਸੀਂ ਸਿੱਧਾ ਸਵਾਲਾਂ ਤੇ ਚੱਲਾਂਗੇ ਜੀ। ਤੁਸੀਂ ਕਾਫੀ ਲੰਬਾ ਸਮਾਂ ਜਿਹੜਾ ਇਸ ਕਲੱਬ ਦੇ ਨਾਲ ਜੁੜੇ ਹੋਏ ਹੋ ਔਰ ਇਸ ਕਲੱਬ ਦੀ ਪ੍ਰਧਾਨਗੀ ਵੀ ਕਰ ਰਹੇ ਹੋ ਜੀ। ਆਪਣੇ ਇਸ ਪੂਰੇ ਸਫ਼ਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਕਦਮ ਨੇ ਜਿਹੜੇ ਰੋਡ ਸੇਫਟੀ ਵਾਸਤੇ ਔਰ ਅਵੇਅਰਨੈਸ ਵਾਸਤੇ ਚੁੱਕੇ ਨੇ? ਅਨੂਪ ਜੀ, ਜਿਹੜਾ ਰੋਡ ਸੇਫਟੀ ਦਾ ਵਿਸ਼ਾ ਹੈ ਜੀ, ਰੋਡ ਸੇਫਟੀ ਦੇ ਵਿਸ਼ੇ ਦੇ ਉੱਪਰ ਗੱਲਬਾਤ ਸ਼ੁਰੂ ਹੋਵੇ, ਇਹਦੇ ਪ੍ਰਤੀ ਲੋਕਾਂ ਦੇ ਅੰਦਰ ਇੱਕ ਜਾਗਰੂਕਤਾ ਆਵੇ, ਉਸ ਸੰਬੰਧ ਦੇ ਵਿੱਚ ਸਾਡਾ ਇਹ ਜਿਹੜਾ ਸਾਡੀ ਸੰਸਥਾ ਹੈ ਉਹ ਅਸੀਂ ਕੰਮ ਕਰ ਰਹੇ ਹਾਂ। ਅਲੱਗ-ਅਲੱਗ ਤਰੀਕਿਆਂ ਦੇ ਨਾਲ ਸ਼ਾਰਟ ਮੂਵੀਜ਼ ਦੇ ਰਾਹੀਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਚੌਂਕਾਂ ਤੇ ਔਰ ਤਰ੍ਹਾਂ ਜਿਹੜੇ ਤਰੀਕੇ ਨੇ, ਕੁਝ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਬੜਾ ਆਪਾਂ ਅੱਜ ਕੱਲ੍ਹ ਐਕਟਿਵ ਰਹਿੰਦੇ ਹਾਂ, ਸੋਸ਼ਲ ਮੀਡੀਆ ਦੇ ਰਾਹੀਂ ਵੀ ਅਲੱਗ-ਅਲੱਗ ਤਰੀਕਿਆਂ ਦੇ ਰਾਹੀਂ ਸਾਡੀ ਇਸ NGO ਵੱਲੋਂ ਸਮੇਂ-ਸਮੇਂ ਤੇ ਜਾਗਰੂਕਤਾ ਅਭਿਆਨ ਚਲਾਇਆ ਜਾਂਦਾ। ਔਰ ਰੂਟੀਨ ਦੇ ਵਿੱਚ ਜੇ ਗੱਲ ਕਰੀਏ ਤੇ ਅਸੀਂ 1000 ਤੋਂ ਲੈ ਕੇ 2000 ਮੈਸੇजेस ਜਿਹੜੇ ਨੇ ਰੋਜ਼ ਸਵੇਰੇ ਗੁੱਡ ਮਾਰਨਿੰਗ ਦੀ ਥਾਂ ਤੇ ਅਸੀਂ ਰੋਡ ਸੇਫਟੀ ਦੇ ਵਿਸ਼ੇ ਦੇ ਨਾਲ ਸੰਬੰਧਿਤ ਮੈਸੇਜ ਭੇਜਦੇ ਹਾਂ। ਕਿਉਂਕਿ ਤਰੀਕਾ ਕੋਈ ਵੀ ਹੋਵੇ, ਸਾਡਾ ਲਕਸ਼ ਹੈ ਕਿ ਰੋਡ ਸੇਫਟੀ ਦਾ ਵਿਸ਼ੇ ਦੇ ਬਾਰੇ ਗੱਲਬਾਤ ਸ਼ੁਰੂ ਹੋਵੇ ਔਰ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰੀਏ। ਔਰ ਇਹ ਸਾਡਾ ਵਿਸ਼ਾ ਹੈ, ਅਸੀਂ ਇਹਨੂੰ ਨਿਰੰਤਰ ਚਲਾ ਰਹੇ ਹਾਂ। ਸੋ ਕੁੰਦਨ ਜੀ, ਬੜੇ ਵਧੀਆ ਤਰੀਕੇ ਨਾਲ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਔਰ ਇੱਕ ਕਿਤੇ ਨਾ ਕਿਤੇ ਦੇਖਿਆ ਜਾਏ ਤੇ ਸਮਾਜ ਦੇ ਲਈ ਜਿਹੜੀ ਟ੍ਰੈਫਿਕ ਨਿਯਮਾਂ ਦੇ ਰੂਲਸ ਦੀ ਅਵੇਅਰਨੈਸ ਉਹ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਜੀ। ਸਵਾਲ ਮੇਰਾ ਤੁਹਾਡੇ ਜਿਹੜਾ ਤੁਸੀਂ ਟੇਬਲ ਤੇ ਹੈਲਮਟ ਰੱਖਿਆ ਹੋਇਆ, ਤੁਹਾਨੂੰ ਨਹੀਂ ਲੱਗਦਾ ਕਿ ਇਹ ਇਹੋ ਜਿਹੀ ਚੀਜ਼ ਹੈ ਜਿਹਦਾ ਮਜ਼ਾਕ ਬਣ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ? ਦੇਖੋ, ਮਜ਼ਾਕ ਵੀ ਕਹਿ ਸਕਦੇ ਹਾਂ ਔਰ ਇੱਕ ਲੋਕਾਂ ਦਾ ਨਾ, ਇੱਕ ਖਾਸ ਕਰਕੇ ਨੌਜਵਾਨਾਂ ਦਾ ਇੱਕ ਟ੍ਰੈਂਡ ਬਣ ਚੁੱਕਿਆ ਕਿ ਮੈਂ ਹੈਲਮਟ ਪਾਉਂਗਾ ਤੇ ਜਿਹੜੇ ਮੇਰੇ ਸਟ੍ਰੇਟ ਬਾਲ ਨੇ ਜਾਂ ਹੋਰ ਸਟਾਈਲਿਸਟ ਬਾਲ ਨੇ ਉਹ ਖਰਾਬ ਹੋ ਜਾਣਗੇ। ਪਰ ਮੈਂ ਇੱਕ ਗੱਲ ਕਰਨੀ ਚਾਹੂੰਗਾ ਵੀ ਸਾਡੇ ਕੋਲੇ ਜਿਹੜਾ ਇੱਕ ਮੋਬਾਈਲ ਹੈ, ਜਿਹੜਾ 15-20 ਹਜ਼ਾਰ ਦਾ ਮੋਬਾਈਲ ਹੈ, ਉਹਦੀ ਸੇਫਟੀ ਵਾਸਤੇ ਆਪਾਂ ਕੀ ਨਹੀਂ ਕਰਦੇ। ਉਹਨੂੰ ਗਾਰਡ ਚੜਾਉਂਦੇ ਆ, ਗਲਾਸ ਗਾਰਡ ਲਗਾਉਂਦੇ ਆ, ਕਵਰ ਲਗਾਉਂਦੇ ਆ, ਕਿੰਨਾ ਸੰਭਾਲ ਕੇ ਰੱਖਦੇ ਆ, ਜਦਕਿ ਉਹ ਇਲੈਕਟ੍ਰੋਨਿਕ ਚੀਜ਼ ਹੈ। ਸਾਡਾ ਜਿਹੜਾ ਸਿਰ ਹੈ ਇਹ ਪੂਰੇ ਸਰੀਰ ਨੂੰ ਕੰਟਰੋਲ ਕਰਨ ਵਾਲਾ ਗੈਜਟ ਹੈ। ਔਰ ਸਰੀਰ ਨੂੰ ਕੰਟਰੋਲ ਕਰਨ ਵਾਲਾ ਗੈਜਟ ਜਿਹੜਾ ਕਿ ਸਾਨੂੰ ਚਲਾਉਂਦਾ ਹੈ ਉਹਦੀ ਸੁਰੱਖਿਆ ਵਾਸਤੇ ਅਸੀਂ ਸੋਚਦੇ ਹਾਂ ਕਿ ਇਹ ਜਸਟ ਹੈਲਮਟ ਜਿਹੜਾ ਹੈ ਇਹ ਮੇਰਾ ਇੱਕ ਚਲਾਨ ਬਚਾਉਣ ਦਾ ਜ਼ਰੀਆ ਹੈ। ਪਰ ਸਾਡੀ ਕੋਸ਼ਿਸ਼ ਇਹੀ ਆ ਔਰ ਸਾਡੇ ਨੌਜਵਾਨ ਜਿਹੜੀ ਸਾਡੀ ਸੰਸਥਾ ਆ, ਸਾਡਾ ਮੈਸੇਜ ਵੀ ਇਹੀ ਹੁੰਦਾ ਹੈ ਕਿ ਹਰ ਸਾਲ ਲਗਭਗ 40 ਤੋਂ 45 ਹਜ਼ਾਰ ਨੌਜਵਾਨ ਮੌਤਾਂ ਜਿਹੜੀਆਂ ਨੇ ਉਹ ਵਿਦਆਊਟ ਹੈਲਮਟ ਕਰਕੇ ਹੁੰਦੀਆਂ ਨੇ। ਔਰ ਉਹਨਾਂ ਦੀ ਸੋਚ ਬਦਲੇ, ਉਹ ਸੋਚ ਨੂੰ ਬਦਲਣ ਵਾਸਤੇ ਅਸੀਂ ਇੱਕ 2020 ਸਾਡਾ ਚੱਲ ਰਿਹਾ, ਚਲੋ ਇਹਦੇ ਵਿੱਚ COVID-19 ਆ ਗਿਆ, ਨਹੀਂ ਤਾਂ ਸਾਡਾ ਸ਼ੁਰੂ ਤੋਂ ਹੀ ਇੱਕ ਵੀਅਰ ਹੈਲਮਟ ਡਰਾਈਵ ਹੀ ਚੱਲ ਰਿਹਾ ਸੀਗਾ, ਜਿਹੜਾ ਕਿ ਅਸੀਂ ਵੀਅਰ ਹੈਲਮਟ ਡਰਾਈਵ ਚਲਾ ਕੇ ਇਸ ਕੰਪੇਨਿੰਗ ਦੇ ਰਾਹੀਂ ਨੌਜਵਾਨਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਸੀ ਵੀ ਜਿਹੜਾ ਇਹ ਸਾਡਾ ਗੈਜਟ ਹੈ, ਇਲੈਕਟ੍ਰੋਨਿਕ ਗੈਜਟ ਤੋਂ ਇਲਾਵਾ ਜਿਹੜਾ ਸਾਡਾ ਇਹ ਸਿਰ ਜਿਹੜਾ ਪੂਰੇ ਸਰੀਰ ਦਾ ਗੈਜਟ ਹੈ, ਇਹਨੂੰ ਸੁਰੱਖਿਅਤ ਰੱਖਣ ਵਾਸਤੇ ਹੈਲਮਟ ਬਹੁਤ ਜ਼ਰੂਰੀ ਹੈ। ਸਿਰਫ ਚਲਾਨ ਤੋਂ ਬਚਣ ਵਾਸਤੇ। ਔਰ ਜੇ ਹੈਲਮਟ ਦੀ ਗੱਲ ਕਰਾਂ ਤੇ ਇਹ ਜਿਹੜਾ ਇੱਕ ISI ਮਾਰਕਾ ਹੈਲਮਟ ਹੈ ਔਰ ਜਿਹੜੇ ਇਹਦੇ ਸਟ੍ਰਿਪ ਨੇ ਉਹ ਵੀ ਸਟ੍ਰਿਪ ਪੂਰੇ ਐਨ ਚੰਗੇ ਤਰੀਕੇ ਨਾਲ ਬੰਦ ਹੋਣੇ ਚਾਹੀਦੇ ਆ। ਜਿਹੜਾ ਕਿ ਅੱਜ ਕੱਲ੍ਹ ਇਹ ਹੁੰਦਾ ਵੀ ਆਪਾਂ
ਤੁਸੀਂ ਦੇਖਿਆ ਹੋਣਾ ਵੀ ਵੈਸੇ ਫੜ ਲਿਆ, ਚਲਾ ਪੁਲਿਸ ਵਾਲਾ ਦੇਖਿਆ, ਨਾਕਾ ਲਾਇਆ ਤੇ ਅਸੀਂ ਇਹਨੂੰ ਪਾ ਲਿਆ, ਸਟ੍ਰਿਪ ਵੀ ਨਹੀਂ ਲਗਾਉਂਦੇ, ਪਰ ਉਹਦਾ ਕੋਈ ਫਾਇਦਾ ਨਹੀਂ ਹੈ। ਪ੍ਰੋਪਰ ISI ਮਾਰਕਾ ਹੈਲਮਟ ਔਰ ਪ੍ਰੋਪਰ ਸਟ੍ਰਿਪ ਲੱਗਿਆ ਹੋਵੇ ਔਰ ਉਹ ਪਾ ਕੇ ਆਪਾਂ ਕਦੇ ਵੀ ਡਰਾਈਵ ਕਰੀਏ ਤੇ ਹੈਲਮਟ ਪਾ ਕੇ ਚਲੀਏ, ਔਰ ਸਿਰਫ ਚਲਾਨ ਤੋਂ ਬਚਣ ਵਾਸਤੇ ਸਾਡੇ ਦਿਮਾਗ ਦੇ ਵਿੱਚ ਇੱਕ ਮਨ ਦੇ ਵਿੱਚ ਜਿਹੜਾ ਇੱਕ ਅਸੀਂ ਫਤੂਰ ਲੈ ਕੇ ਚੱਲਦੇ ਆ ਵੀ ਸਿਰਫ ਚਲਾਨ ਤੋਂ ਬਚਣ ਲਈ ਨਹੀਂ ਹੈ, ਇਹ ਸਾਡੀ ਜ਼ਿੰਦਗੀ ਬਚਾਉਣ ਵਾਸਤੇ ਹੈ। ਜੀ ਸੋ ਕੁੰਦਨ ਜੀ, ਬੜੀ ਅਹਿਮ ਜਾਣਕਾਰੀ ਹੈ ਜਿਹੜੀ ਤੁਸੀਂ ਦਿੱਤੀ ਹੈ। ਅਸੀਂ ਕੁਝ ਹੋਰ ਨਿਯਮਾਂ ਬਾਰੇ ਗੱਲਬਾਤ ਕਰਾਂਗੇ, ਜਾਂ ਅਸੀਂ ਨਾਰਮਲੀ ਦੇਖੀਏ ਤਾਂ ਕਾਫੀ ਲੋਕ ਇਹੋ ਜਿਹੇ ਨੇ ਜਿਹੜੇ ਓਵਰ ਸਪੀਡਿੰਗ ਦਾ ਇਸਤੇਮਾਲ ਕਰਦੇ ਨੇ, ਜਾਂ ਸੜਕਾਂ ਤੇ ਅਸੀਂ ਆਏ ਦਿਨ ਦੇਖਦੇ ਹਾਂ ਕਿ ਓਵਰ ਸਪੀਡਿੰਗ ਦੇ ਚੱਲਦਿਆਂ ਕਾਫੀ ਐਕਸੀਡੈਂਟਸ ਜਿਹੜੇ ਹੁੰਦੇ ਨੇ, ਉਹਨਾਂ ਦੇ ਆંકੜਿਆਂ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ ਕਿ ਇਸ ਚੀਜ਼ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ, ਔਰ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਓਵਰ ਸਪੀਡਿੰਗ ਕਰਕੇ ਐਕਸੀਡੈਂਟ ਹੋਏ ਨੇ ਉਹ ਕਿੰਨੇ ਰਹੇ ਨੇ? ਅਨੂਪ ਜੀ, ਸਾਡੇ ਦੇਸ਼ ਦੇ ਵਿੱਚ ਲਗਭਗ 1.5 ਲੱਖ ਮੌਤਾਂ ਹਰ ਸਾਲ ਹੁੰਦੀਆਂ ਨੇ, ਜੋ ਕਿ ਸਰਕਾਰੀ ਆંકੜਾ ਹੈ, ਔਰ 4 ਤੋਂ 4.5 ਲੱਖ ਐਕਸੀਡੈਂਟ ਹੁੰਦੇ ਨੇ ਜੀ। ਉਹਨਾਂ ਦੇ ਵਿੱਚੋਂ 35% ਜਿਹੜਾ ਆંકੜਾ ਹੈ ਉਹ ਹੈ ਓਵਰ ਸਪੀਡਿੰਗ ਦਾ। ਓਵਰ ਸਪੀਡਿੰਗ ਦਾ ਕਾਰਨ ਸਿਰਫ ਰੋਡ ਦੇ ਉੱਪਰ ਹੀ ਕੰਸੀਡਰ ਨਹੀਂ ਹੈ। ਓਵਰ ਸਪੀਡਿੰਗ ਦੇ ਨਾਲ ਇੱਕ ਬੰਦੇ ਦੇ ਅੰਦਰ ਕਾਹਲਪਣ ਜਿਹੜੀ ਆਉਂਦੀ ਹੈ, ਕਾਹਲਪਣ ਕਰਕੇ ਅਸੀਂ ਘਰੋਂ ਵੀ ਕਾਹਲੇ ਨਿਕਲਦੇ ਹਾਂ, ਆਫਿਸ 'ਚ ਜਾਣਾ ਉੱਥੋਂ ਵੀ ਕਾਹਲਾ, ਕਿਤੇ ਦਫ਼ਤਰ ਕੰਮ ਕਰਾਉਣ ਗਏ ਉੱਥੇ ਵੀ ਕਾਹਲੀ, ਠੀਕ ਹੈ ਨਾ, ਯਾਨੀ ਕਿਸੇ ਰਿਸ਼ਤੇਦਾਰੀ ਦੇ ਗਏ, ਸਕੂਲੇ ਗਏ ਜਾਂ ਕਿਤੇ ਵੀ ਗਏ, ਜਿਹੜੀ ਸਾਡੀ ਇੱਕ ਨੈਚੁਰਲ ਬਿਹੇਵੀਅਰ ਬਣ ਜਾਂਦਾ, ਉਹ ਬਣ ਜਾਂਦਾ ਕਾਹਲੀ ਵਾਲਾ। ਔਰ ਉਹ ਕਾਹਲੀ ਦਾ ਨਤੀਜਾ ਹੈ ਕਿ ਅਸੀਂ ਰੋਡ ਤੇ ਵੀ ਕਾਹਲੀ ਦੇ ਕਰਕੇ ਓਵਰ ਸਪੀਡਿੰਗ ਚਲਾਉਂਦੇ ਆ, ਔਰ ਉਹਦਾ ਨਤੀਜਾ ਕੀ ਆਂਦਾ? ਆਪਣੀ ਐਕਸੀਡੈਂਟ ਦੇ ਵਿੱਚ ਮੌਤ ਤੋਂ ਬਾਅਦ ਪਰਿਵਾਰ ਪਿੱਛੇ ਪਛਤਾਉਂਦਾ। ਹੁਣ ਮੈਂ ਇੱਕ ਆਪਣੇ ਘਟਨਾ ਦੀ ਐਕਸੀਡੈਂਟ ਦਾ ਜ਼ਿਕਰ ਕਰਾਂਗਾ। ਪਿਛਲੇ ਸਰਦੀਆਂ ਦੇ ਵਿੱਚ ਰੋਪੜ ਰੋਡ ਤੇ ਇੱਕ ਫਾਦਰ ਆਪਣੇ ਬੱਚੇ ਨੂੰ ਇਨ-ਲਾਜ਼ ਤੋਂ ਲੈ ਕੇ ਆ ਰਹੇ ਸੀਗੇ, ਸ਼ਾਇਦ ਤੁਸੀਂ ਖਬਰ ਪੜ੍ਹੀ ਵੀ ਹੋਣੀ ਆ, ਔਰ ਜਿਸ ਦਿਨ ਉਹ ਸਵੇਰੇ ਚੱਲੇ ਉਸ ਦਿਨ ਉਸ ਬੱਚੀ ਦਾ ਪੇਪਰ ਸੀ ਜੀ। ਔਰ ਉਸ ਫਾਦਰ ਦੇ ਮਨ ਦੇ ਵਿੱਚ ਆਇਆ ਵੀ ਮੈਂ ਜਲਦੀ ਤੋਂ ਜਲਦੀ ਬੱਚੇ ਨੂੰ ਲੈ ਕੇ ਘਰੇ ਪਹੁੰਚ ਜਾਵਾਂ ਕਿ ਇਹ ਪੇਪਰ ਦੇ ਸਕੇ, ਸਮੇਂ ਸਿਰ ਪੇਪਰ ਦੇ ਸਕੇ। ਪਰ ਹੋਇਆ ਕੀ? ਬੱਚੇ ਦੀ ਵੀ ਮੌਤ ਹੋ ਗਈ, ਓਵਰ ਸਪੀਡਿੰਗ ਨਿਕਲੇ ਜੀ। ਔਰ ਟਰੱਕ ਦੇ ਨਾਲ ਜਦੋਂ ਓਵਰ ਸਪੀਡਿੰਗ ਕਰਕੇ, ਉਹ ਟਰੱਕ ਤਾਂ ਰੋਡ ਤੇ ਖੜਾ ਸੀ, ਉਸ ਬਾਰੇ ਵੀ ਆਪਾਂ ਗੱਲ ਕਰਾਂਗੇ ਵੀ ਉਹ ਟਰੱਕ ਜਿਹੜਾ ਸੀਗਾ ਉਹ ਰੋਡ ਤੇ ਖੜਾ ਸੀ ਤੜਕੇ 6 ਵਜੇ ਦੇ ਕਰੀਬ 5:30-6 ਵਜੇ ਦੇ ਕਰੀਬ ਉਹ ਓਵਰ ਸਪੀਡਿੰਗ ਕਰਕੇ ਜਦੋਂ ਕ੍ਰੈਸ਼ ਹੋਇਆ ਉਹਦੇ ਵਿੱਚ ਉਸ ਬੱਚੀ ਦੀ ਵੀ ਮੌਤ ਹੋ ਗਈ ਜਿਹਨੂੰ ਕਿ ਕਾਹਲੀ ਸੀ ਪੇਪਰ ਦਿਵਾਉਣ ਦੀ, ਔਰ ਉਸ ਫਾਦਰ ਦੀ ਵੀ ਮੌਤ ਹੋ ਗਈ। ਤੇ ਐਸੀ ਕਾਹਲੀ ਹੈ ਜ਼ਿੰਦਗੀ। ਜੇ ਆਪਣੀ ਸੇਵ ਹੈ ਤੇ ਪੇਪਰ ਆਪਾਂ ਅਗਲੇ ਸਾਲ ਵੀ ਦੇ ਲਾਂਗੇ, ਕੋਈ ਨਹੀਂ। ਯਾਨੀ ਜ਼ਿੰਦਗੀ ਤੋਂ ਕੀਮਤੀ ਕੁਝ ਨਹੀਂ ਹੈ। ਆਪਾਂ ਕੀ ਕਰਦੇ ਆ? ਜੇ ਆਪਾਂ ਗੱਲ ਕਰੀਏ ਤੇ ਕੋਵਿਡ-19 ਦੇ ਵਿੱਚ ਬੜੀ ਚਰਚਾ ਹੋਈ ਕਿ ਜ਼ਿੰਦਗੀ ਹੀ ਸਭ ਤੋਂ ਵੱਧ ਕੀਮਤੀ ਹੈ, ਔਰ ਇਸ ਤੋਂ ਪਹਿਲਾਂ ਇਸ ਚੀਜ਼ ਦੇ ਵਿਸ਼ੇ ਤੇ ਆਪਾਂ ਗੱਲਬਾਤ ਕਰਨ ਲਈ ਤਿਆਰ ਵੀ ਨਹੀਂ ਸੀ। 1.5 ਤੋਂ 2 ਲੱਖ ਮੌਤਾਂ ਜਿਹੜੀਆਂ ਹੋ ਰਹੀਆਂ ਸੀਗੀਆਂ ਐਕਸੀਡੈਂਟ ਕਰਕੇ, ਉਹਨੂੰ ਆਪਾਂ ਇਹ ਸੋਚਦੇ ਸੀ ਵੀ ਮੈਂ ਰੋਡ ਤੇ ਨਿਕਲਦਾ ਪਿਆ, ਮੇਰੇ ਨਾਲ ਨਹੀਂ ਹੋਏਗਾ। ਲਗਭਗ ਕਰੋੜਾਂ ਹੀ ਲੋਕੀ ਰੋਜ਼ ਸੜਕਾਂ ਤੇ ਨਿਕਲਦੇ ਨੇ, ਜਿਹਦੇ ਵਿੱਚੋਂ ਇੱਕ ਆંકੜੇ ਦੇ ਮੁਤਾਬਕ 400 ਲੋਕ ਘਰੇ ਵਾਪਸ ਪਰਤ ਕੇ ਨਹੀਂ ਆਉਂਦੇ, ਔਰ ਕਈ ਹਜ਼ਾਰ ਹੀ ਲੋਕ ਐਕਸੀਡੈਂਟ ਦੇ ਨਾਲ ਜ਼ਖਮੀ ਹੋ ਜਾਂਦੇ ਨੇ। ਯਾਨੀ ਕਿ ਇੱਕ ਸਾਨੂੰ ਆਪ ਦੀ ਜਿਹੜੀ ਇੱਕ ਮੈਂਟੈਲਿਟੀ ਹੈ, ਜਿਹੜੀ ਸੋਚ ਹੈ, ਉਹ ਬਦਲਣ ਦੀ ਲੋੜ ਹੈ ਕਿ ਨਹੀਂ, ਜੇ ਮੈਂ ਘਰੋਂ ਸੁਰੱਖਿਅਤ ਜਾ ਰਿਹਾ ਤੇ ਸੁਰੱਖਿਅਤ ਹੀ ਘਰੇ ਵਾਪਸ ਮੁੜਨਾ ਹੈ। ਇਹ ਸੋਚ ਦੇ ਨਾਲ ਆਪਾਂ ਚੱਲਾਂਗੇ ਤੇ ਮੈਨੂੰ ਲੱਗਦਾ ਵੀ ਆਪਾਂ ਇਸ ਵਿਸ਼ੇ ਤੇ, ਜਿਹੜਾ ਰੋਡ ਸੇਫਟੀ ਦਾ ਵਿਸ਼ਾ ਹੈ ਔਰ ਇਹਨੂੰ ਵੱਧ ਰਹੇ ਸੜਕ ਹਾਦਸੇ ਨੇ, ਉਹਨਾਂ ਦੇ ਉੱਪਰ ਕੰਟਰੋਲ ਵੀ ਕਰ ਪਾਵਾਂਗੇ ਜੀ। ਸੋ ਕੁੰਦਨ ਜੀ, ਤੁਸੀਂ ਜਿਹੜੀ ਗੱਲ ਕੀਤੀ ਕਿ ਕਾਫੀ ਜਿਹੜੇ ਵੱਡੀ ਸੰਖਿਆ ਦੇ ਵਿੱਚ ਸੜਕ ਹਾਦਸੇ ਹੁੰਦੇ ਨੇ, ਔਰ ਜਿਹੜਾ ਦੇ ਵਿੱਚ ਓਵਰ ਸਪੀਡਿੰਗ ਵੀ ਇੱਕ ਅਹਿਮ ਜਿਹੜਾ ਸਬਜੈਕਟ ਹੈਗਾ ਆ। ਲਾਕਡਾਊਨ ਦੇ ਵਿੱਚ ਜੇ ਦੇਖਿਆ ਜਾਏ, ਕੋਵਿਡ-19 ਮਹਾਮਾਰੀ ਦੇ ਦੌਰਾਨ ਜਦੋਂ ਕਰਫਿਊ ਰਿਹਾ ਔਰ ਲਾਕਡਾਊਨ ਰਿਹਾ, ਸੁਣਨ ਦੇ ਵਿੱਚ ਆਇਆ ਸੀਗਾ ਕਿ ਐਕਸੀਡੈਂਟਲ ਡੈਥਸ ਦੀ ਜਿਹੜੀ ਰੇਸ਼ੋ ਕਾਫੀ ਜ਼ਿਆਦਾ ਘਟ ਗਈ ਸੀ ਜੀ। ਤੇ ਸਿੱਧੇ ਤੌਰ ਤੇ ਜੇ ਇਹਨੂੰ ਜੋੜਿਆ ਜਾਵੇ ਤਾਂ ਸੜਕੀ ਹਾਦਸਿਆਂ ਨਾਲ ਹੀ ਜਿਹੜੀਆਂ ਮੈਕਸਿਮਮ ਮੌਤਾਂ ਜਿਹੜੀਆਂ ਸੀ ਉਹ ਹੋ ਰਹੀਆਂ ਸੀ। ਸੋ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਔਰ ਲੋਕਾਂ ਦੇ ਮਾਈਂਡ ਦੇ ਵਿੱਚ, ਮਤਲਬ ਲੋਕ ਇਸ ਚੀਜ਼ ਨੂੰ ਸਮਝਣ, ਕਿਹੜੇ ਕਦਮ ਨੇ ਖਾਸ ਤੌਰ ਤੇ ਜਿਹੜੇ ਚੁੱਕੇ ਜਾਣੇ ਚਾਹੀਦੇ ਨੇ ਤਾਂ ਕਿ ਲੋਕੀ ਸਮਝਣ ਇਸ ਚੀਜ਼ ਨੂੰ? ਦੇਖੋ, ਕਦਮ ਤਾਂ ਸਰਕਾਰਾਂ ਚੱਕ ਰਹੀਆਂ ਨੇ, ਲੋਕਾਂ ਨੂੰ ਅਵੇਅਰ ਹੋਣ ਦੀ, ਸੈਲਫ ਅਵੇਅਰਨੈਸ ਦੀ ਬਹੁਤ ਜ਼ਰੂਰੀ ਹੈ। ਸਰਕਾਰਾਂ ਦੇਖੋ ਕਦਮ ਚੱਕ ਰਹੀਆਂ ਕੁੰਦਨ ਜੀ, ਪਰ ਜਿਹੜਾ ਲੋਕਾਂ ਦੀ ਅਵੇਅਰਨੈਸ ਹੈ, ਕਿਉਂਕਿ ਜਿੰਨੀ ਦੇਰ ਅਸੀਂ ਲੋਕ ਖੁਦ ਨਹੀਂ, ਮੈਂ ਖੁਦ ਇੱਕ ਆਮ ਜਨਤਾ ਦਾ ਹਿੱਸਾ ਹਾਂ, ਤੁਸੀਂ ਵੀ ਆਮ ਜਨਤਾ ਦੇ ਹਿੱਸੇ ਹੋ, ਜਿੰਨੀ ਦੇਰ ਤੱਕ ਅਸੀਂ ਖੁਦ ਨਹੀਂ ਸੁਧਰਾਂਗੇ ਉਨੀ ਦੇਰ ਅਸੀਂ ਖੁਦ ਕਿਸੇ ਨੂੰ ਆਪਾਂ ਨਹੀਂ ਕਹਿ ਸਕਦੇ। ਕਿਉਂਕਿ ਸੜਕਾਂ ਤੇ ਅਸੀਂ ਦੇਖਦੇ ਹਾਂ ਕਿ ਇੱਕ ਮੋਟਰਸਾਈਕਲ ਦੇ ਉੱਤੇ 3 ਜਾਂ 4 ਲੋਕ ਸਵਾਰ ਹੁੰਦੇ ਨੇ, ਟ੍ਰਿਪਲਿੰਗ ਦਾ ਮਤਲਬ ਉਹਨਾਂ ਦੇ ਚਲੋ ਚਲਾਨ ਵੀ ਕੀਤਾ ਜਾਂਦਾ, ਲੇਕਿਨ ਕਈ ਵਾਰੀ ਆਪਾਂ ਇਦਾਂ ਦੇਖਦੇ ਹਾਂ ਕਿ ਪਿੱਛੋਂ ਇੱਕ ਬਾਈਕ ਤੇ 3 ਸਵਾਰ ਆਏ, ਔਰ ਜਦੋਂ ਉਹਨਾਂ ਨੇ ਦੇਖਿਆ ਕਿ ਨਾਕਾ ਲੱਗਾ ਹੋਇਆ, ਇੱਕ ਸਵਾਰ ਨੂੰ ਉਤਾਰ ਕੇ ਨਾਕਾ ਲੱਗਣ ਤੋਂ ਬਾਅਦ ਉਹ
ਚਲੇ। ਜਿੰਨੀ ਦੇਰ ਇਹਨਾਂ ਚੀਜ਼ਾਂ ਦਾ ਸੁਧਾਰ ਨਹੀਂ ਆਉਂਦਾ, ਤੁਹਾਨੂੰ ਲੱਗਦਾ ਕਿ ਜਿਹੜੀ ਅਸੀਂ ਕੈਂਪੇਨ ਨੂੰ ਤੁਸੀਂ ਰਨ ਕਰ ਰਹੇ ਹੋ ਜੀ, ਇਹ ਕਾਮਯਾਬ ਹੋ ਪਾਏਗਾ? ਮੈਂ ਉਹੀ ਚੀਜ਼ ਕਹਿ ਰਿਹਾ ਵੀ ਸਾਡਾ ਮਕਸਦ ਹੈ ਅਵੇਅਰਨੈਸ ਨੂੰ ਫੈਲਾਉਣਾ, ਔਰ ਉਹਦੇ ਜਿਹੜੇ ਸਾਈਡ ਇਫੈਕਟਸ ਨੇ, ਐਕਸੀਡੈਂਟ ਦੇ ਸਾਈਡ ਇਫੈਕਟਸ ਨੇ, ਉਹਦੇ ਗੰਭੀਰ ਜਿਹੜੇ ਪਰਿਣਾਮ ਨੇ, ਉਹਨਾਂ ਦੇ ਹਾਦਸੇ ਤੋਂ ਬਾਅਦ ਪਰਿਵਾਰ ਨੂੰ ਕਿੰਨਾ ਦੁੱਖ ਝੱਲਣਾ ਪੈਂਦਾ, ਜਿਹੜੇ ਮਾਂ ਪਿਓ ਬੱਚੇ ਜਿਹੜੇ ਪਿੱਛੇ ਰਹਿ ਜਾਂਦੇ ਨੇ, ਉਹ ਕਿੰਨਾ ਪਰੇਸ਼ਾਨੀਆਂ ਤੋਂ ਹੋ ਕੇ ਗੁਜ਼ਰਦੇ ਨੇ, ਉਹ ਚੀਜ਼ ਨੂੰ ਮੈਂਟਲੀ ਇੱਕ ਇਫੈਕਟ ਕਰੇ ਇੱਕ ਰੋਡ ਤੇ ਨਿਕਲਣ ਵਾਲੇ ਬੰਦੇ ਦੇ ਉੱਪਰ, ਇਹਦੇ ਪ੍ਰਤੀ ਅਸੀਂ ਕਰ ਰਹੇ ਹਾਂ ਜਾਗਰੂਕ। ਹੁਣ ਮੈਂ ਇੱਕ ਤੁਹਾਨੂੰ ਥੋੜੇ ਦਿਨ ਪਹਿਲਾਂ ਦੀ ਗੱਲ ਦੱਸ ਦਵਾਂ। ਇੱਕ ਲੜਕਾ ਆਇਆ, ਉਹਨੇ ਇੱਕ ਚਲਾਨ ਦਿਖਾਇਆ ਟ੍ਰੈਫਿਕ ਦਾ, ਉਹਦਾ ਡਰਿੰਕਿੰਗ ਡਰਾਈਵਿੰਗ ਟ੍ਰਿਪਲ ਰਾਈਡਿੰਗ ਦਾ ਚਲਾਨ ਹੋਇਆ ਸੀ। ਮੈਂ ਕਿਹਾ ਕਦੋਂ ਹੋਇਆ ਚਲਾਨ ਬਾਈ? ਉਹ ਕਹਿੰਦਾ ਯਾਰ ਹੋਲੀ ਵਾਲੇ ਦਿਨ ਹੋ ਗਿਆ। ਮੈਂ ਕਿਹਾ ਡਰਿੰਕ ਕਰਨ ਦੀ ਕੀ ਲੋੜ ਸੀ? ਉਹਦਾ ਜਵਾਬ ਇਹ ਸੀ ਵੀ ਹੋਲੀ ਵਾਲੇ ਦਿਨ ਪੈਗ ਲਾਏ ਤੋਂ ਬਗੈਰ ਨਜ਼ਾਰਾ ਜਾਂ ਨਹੀਂ ਆਉਂਦਾ। ਯਾਨੀ ਕਿ ਕੈਸੀ ਮੈਂਟੈਲਿਟੀ ਹੈ। ਯਾਨੀ ਠੀਕ ਹੈ ਡਰਿੰਕ ਕਰਨਾ ਤੁਸੀਂ ਘਰੇ ਆਪਦਾ ਕਰੋ ਜੋ ਵੀ ਹੈ ਸਾਰਾ, ਮਗਰ ਡਰਿੰਕ ਕਰਕੇ ਡਰਾਈਵ ਕਰਨਾ ਯਾਨੀ ਕਿ ਇੱਕ ਮਜ਼ਾ ਲੈਣ ਵਾਸਤੇ ਹਨਾ ਵੀ ਨਜ਼ਾਰਾ ਜਾਂ ਨਹੀਂ ਆਉਂਦਾ, ਉਹ ਚੀਜ਼ ਖਤਰਨਾਕ ਹੈ। ਉਹੀ ਚੀਜ਼ ਦੀ ਜਾਗਰੂਕਤਾ ਬਾਰੇ ਅਸੀਂ ਸਾਡੀ ਸੰਸਥਾ ਜਿਹੜੀ ਲਗਾਤਾਰ ਕੰਮ ਕਰ ਰਹੀ ਹੈ, ਔਰ ਅਸੀਂ ਲੁਧਿਆਣਾ ਸ਼ਹਿਰ ਦੇ ਜਿਹੜੇ ਆਪਣੇ ਟ੍ਰੈਫਿਕ ਡਿਪਾਰਟਮੈਂਟ ਹੈ ਉਹਨਾਂ ਦਾ ਵੀ ਅਸੀਂ ਸ਼ਲਾਘਾ ਕਰਦੇ ਹਾਂ ਕਿ ਉਹ ਵੀ ਸਾਡੀ ਸੰਸਥਾ ਦੇ ਨਾਲ ਬਹੁਤ ਜ਼ਿਆਦਾ ਸਹਿਯੋਗ ਕਰਦੇ ਨੇ। ਸਾਡੇ ਕਮਿਸ਼ਨਰ ਸਾਹਿਬ ਰਕੇਸ਼ ਅਗਰਵਾਲ ਜੀ ਔਰ ਡੀਸੀਪੀ ਟ੍ਰੈਫਿਕ ਬਰਾੜ ਸਾਹਿਬ, ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਜੀ, ਪਿਛਲੇ ਦਿਨੀ ਮੈਂ ਤੁਹਾਨੂੰ ਦੱਸ ਦਵਾਂ ਵੀ 11 ਜਨਵਰੀ ਤੋਂ ਲੈ ਕੇ 18 ਜਨਵਰੀ ਤੱਕ ਜਿਹੜਾ 31ਵਾਂ ਰੋਡ ਸੇਫਟੀ ਵੀਕ ਸੀ, ਸਾਡੀ ਸੰਸਥਾ ਨੇ ਪ੍ਰੋਪਰ ਉਸ ਪੂਰੇ 7 ਦੇ 7 ਦਿਨ ਹਿੱਸਾ ਲਿਆ, ਔਰ ਉਹਦੇ ਵਿੱਚ ਬੜਾ ਅੱਛਾ ਰਿਸਪੌਂਸ ਵੀ ਮਿਲਿਆ ਲੋਕਾਂ ਵੱਲੋਂ। ਔਰ ਹੈ ਕੀ ਆ, ਔਰ ਅਸੀਂ ਉਸੇ ਦੌਰਾਨ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਜਿਹੜਾ ਰੋਡ ਸੇਫਟੀ ਦਾ ਵਿਸ਼ਾ ਹੈ, ਉਹ ਰੋਡ ਸੇਫਟੀ ਦੇ ਵਿਸ਼ੇ ਦੇ ਉੱਪਰ ਜਿਹੜਾ ਇੱਕ ਆਪਣਾ ਵੀਕ ਹੈ, ਉਹ ਵੀਕ ਕੁਆਟਰਲੀ ਹੋਣਾ ਚਾਹੀਦਾ, ਵੀ 3 ਮਹੀਨੇ ਬਾਅਦ ਇੱਕ ਵਾਰੀ ਹੋਣਾ ਚਾਹੀਦਾ, ਕਿਉਂਕਿ ਸਾਲ ਦੇ ਵਿੱਚ ਇੱਕ ਵਾਰੀ ਆਪਾਂ ਰੋਡ ਸੇਫਟੀ ਵੀਕ ਮਨਾ ਲੈਂਦੇ ਆ, ਉਹ ਸਕਿਪ ਹੋ ਜਾਂਦਾ ਮਾਈਂਡ ਦੇ ਵਿੱਚੋਂ, ਔਰ ਇਹ ਰੂਟੀਨ ਦੇ ਵਿੱਚ ਅਵੇਅਰਨੈਸ ਕੈਂਪੇਨਿੰਗ ਚੱਲਦੀ ਦੇਖਿਆ ਜਾਏ ਤਾਂ ਇੱਕ ਫਾਰਮੈਲਿਟੀ ਹੈ ਜਿਹੜੀ ਹਰ ਸਾਲ ਆਪਾਂ ਕਰਨੀ ਹੈ ਬਸ, ਮਤਲਬ ਜਿਹੜੇ ਹਿਸਾਬ ਨਾਲ ਫਿਲਹਾਲ ਜੀ ਇਸ ਚੀਜ਼ ਦੀ ਪ੍ਰੈਕਟਿਸ ਜੋ ਹੋ ਰਹੀ ਹੈ ਜੀ 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 ਉਹਨੂੰ ਦੇਖਿਆ ਜਾਏ ਤਾਂ ਲੋਕਾਂ ਵਾਸਤੇ ਸਿਰਫ ਇੱਕ ਫਾਰਮੈਲਿਟੀ ਦੇ ਤੌਰ ਤੇ ਚਲੋ ਜੀ ਇੱਕ ਅਵੇਅਰਨੈਸ ਵੀਕ ਚੱਲ ਰਿਹਾ ਸੀ, ਇਹਦੇ ਚ 2-4 ਦਿਨ ਜਿਹੜਾ ਆਪਾਂ ਕੰਮ ਕਰ ਲਾਂਗੇ, ਉਸ ਤੋਂ ਬਾਅਦ ਜਿਹੜੀ ਆਪਣੀ ਪੁਰਾਣੀ ਰੂਟੀਨ ਸੀਗੀ ਅਸੀਂ ਉਸੇ ਰੂਟੀਨ ਨਾਲ ਦੇਖੋ ਜੋ ਸਰਕਾਰ ਦੇ ਹੁਕਮ ਹੋਣਗੇ ਪ੍ਰਸ਼ਾਸਨ ਨੇ ਉਸ ਹਿਸਾਬ ਨਾਲ ਕੰਮ ਕਰਨਾ। ਅਸੀਂ ਸਰਕਾਰਾਂ ਨੂੰ ਬੇਨਤੀ ਕੀਤੀ ਵੀ ਕੇਂਦਰ ਸਰਕਾਰ ਜਿਹੜਾ ਟਰਾਂਸਪੋਰਟ ਮਿਨਿਸਟਰੀ ਹੈ ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਬੇਨਤੀ ਕੀਤੀ ਹੈ, ਲੈਟਰ ਵੀ ਲਿਖੀ ਹੈ ਕਿ ਜਿਹੜਾ ਇਹ ਰੋਡ ਸੇਫਟੀ ਵੀਕ ਹੈ ਉਹ ਵੀਕਲੀ ਹੋਣਾ ਚਾਹੀਦਾ, 3 ਮਹੀਨੇ 'ਚ ਇੱਕ ਵਾਰੀ ਜ਼ਰੂਰ ਇਹਨੂੰ ਮਨਾਇਆ ਜਾਣਾ ਚਾਹੀਦਾ, ਔਰ ਉਹਦੇ ਵਿੱਚ ਜਿਹੜਾ ਹੈ ਸ਼ਹਿਰ ਦੀਆਂ तमाम NGOs ਨੇ ਉਹਨਾਂ ਨੂੰ ਪਾਰਟਿਸਿਪੇਟ ਵੀ ਕਰਨਾ ਚਾਹੀਦਾ ਟ੍ਰੈਫਿਕ ਡਿਪਾਰਟਮੈਂਟ ਦੇ ਨਾਲ ਮਿਲ ਕੇ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਵਾਂ ਕਿ 26 ਜਨਵਰੀ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਇੱਕ ਟ੍ਰੈਫਿਕ ਮਾਰਸ਼ਲ ਦੀ ਸ਼ੁਰੂਆਤ ਕੀਤੀ ਜੋ ਕਿ ਟ੍ਰੈਫਿਕ ਦੇ ਨਾਲ ਰਿਲੇਟਡ ਸੀ, ਔਰ ਸਾਡੀ ਸੰਸਥਾ ਜਿਹੜਾ ਕਿ ਟ੍ਰੈਫਿਕ ਦੇ ਨਾਲ ਰਿਲੇਟਡ ਇਸ਼ੂ ਤੇ ਕੰਮ ਕਰ ਰਹੀ ਹੈ, ਤੇ ਸਾਡੇ ਮੈਂਬਰਾਂ ਨੇ ਵੀ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਿਆ, ਔਰ ਬੜਾ ਅਲੱਗ-ਅਲੱਗ ਚੌਂਕਾਂ ਤੇ ਚੌਰਾਹਿਆਂ ਤੇ ਅਵੇਅਰਨੈਸ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਭੂਮਿਕਾ ਨਿਭਾਈ ਇਹਦੇ ਵਿੱਚ। ਔਰ ਅੱਜ ਟ੍ਰੈਫਿਕ ਮਾਰਸ਼ਲ ਨੇ ਕੋਵਿਡ-19 ਦੇ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ, ਔਰ ਅੱਜ ਸਾਡੇ ਜਿਹੜੇ ਸੀਨੀਅਰ ਸਾਡੇ ਸਾਥੀ ਜਿਹੜੇ ਨੇ ਮਨਦੀਪ ਕੇਸ਼ਵ ਜੀ, ਸਾਡੇ ਡਾਕਟਰ ਪ੍ਰਤੀਕ ਵਰਮਾ ਜੀ, ਉਹ ਵੀ ਕੋਵਿਡ-19 ਦੇ ਵਿੱਚ ਬੜਾ ਅੱਛਾ ਕੰਮ ਕਰ ਰਹੇ ਨੇ। ਤੁਸੀਂ ਟ੍ਰੈਫਿਕ ਮਾਰਸ਼ਲਸ ਦੀ ਗੱਲ ਕੀਤੀ, ਅਸੀਂ ਸਕਰੀਨ ਤੇ ਦਰਸ਼ਕਾਂ ਨੂੰ ਤੁਹਾਡੀਆਂ ਕੁਝ ਐਕਟੀਵਿਟੀਜ਼ ਜਿਹੜੀਆਂ ਤੁਸੀਂ ਟ੍ਰੈਫਿਕ ਮਾਰਸ਼ਲ ਤੁਸੀਂ ਕੀਤੀਆਂ ਉਹ ਅਸੀਂ ਦਰਸ਼ਕਾਂ ਨੂੰ ਦਿਖਾਵਾਂਗੇ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਰੂਲ ਫਾਲੋਅਰਸ ਕਲੱਬ ਵੱਲੋਂ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਸਾਡਾ ਜਿਹੜਾ ਪਾਰਟਿਸਿਪੇਸ਼ਨ ਇਹਨਾਂ ਦੀ ਰਹੀ ਹੈ। ਬੜੀਆਂ ਸ਼ਲਾਘਾਯੋਗ ਤਸਵੀਰਾਂ ਨੇ ਜੋ ਤੁਸੀਂ ਪਿੱਛੇ ਸਕਰੀਨ ਤੇ ਦੇਖ ਰਹੇ ਹੋ। ਸੋ ਕੁੰਦਨ ਜੀ, ਇੱਕ ਤਸਵੀਰ ਅਸੀਂ ਦੇਖ ਰਹੇ ਹਾਂ, ਇਹਦੇ ਵਿੱਚ ਕੁਝ ਅਵਾਰਾ ਪਸ਼ੂਆਂ ਦੇ ਗਲ ਦੇ ਵਿੱਚ ਤੁਸੀਂ ਕੁਝ ਰਿਫਲੈਕਟਰ ਟੈਗ, ਇਹ ਕੀ ਮੁਹਿੰਮ ਸੀਗੀ ਜਿਹੜੀ ਤੁਸੀਂ ਚਲਾਈ ਸੀ? ਇਹ ਸਰਦੀਆਂ ਦੇ ਵਿੱਚ ਪਿਛਲੇ ਦਿਨੀ, ਵੈਸੇ ਤੁਹਾਨੂੰ ਮੈਂ ਦੱਸ ਦਵਾਂ ਵੀ ਪੰਜਾਬ ਦੇ ਵਿੱਚ ਹੀ ਪਿਛਲੇ ਸਾਲ ਜੀ 400 ਦੇ ਕਰੀਬ ਮੌਤਾਂ ਹੋਈਆਂ ਸੀਗੀਆਂ ਜਿਹੜੀਆਂ ਬੇਸਹਾਰਾ ਪਸ਼ੂਆਂ ਦੇ ਕਾਰਨ ਰੋਡ ਦੇ ਉੱਪਰ। ਸਰਦੀਆਂ ਦੇ ਵਿੱਚ ਸਾਡੀ ਇਸ ਸੰਸਥਾ ਨੇ ਇੱਕ ਬੀੜਾ ਚੁੱਕਿਆ ਕਿ ਚਲੋ ਸਾਰਾ ਏਰੀਆ ਤਾਂ ਅਸੀਂ ਕਵਰ ਨਹੀਂ ਕਰ ਸਕਦੇ, ਪਰ ਜਿਹੜੀ ਕੋਸ਼ਿਸ਼ ਸਾਡੀ ਸੀਗੀ ਵੀ ਅਸੀਂ ਕੀ ਕੋਸ਼ਿਸ਼ ਕੀਤੀ, ਇੱਕ ਰੇਡੀਅਮ ਰਿਫਲੈਕਟਡ ਬੈਂਡ ਬਣਾ ਕੇ ਉਹਨਾਂ ਪਸ਼ੂਆਂ ਦੇ ਗਲ ਦੇ ਵਿੱਚ ਪਾਇਆ ਜਾਵੇ ਕਿ ਇੱਕ ਤਾਂ ਸਰਦੀਆਂ ਦੇ ਵਿੱਚ ਧੁੰਦ ਦੇ ਵਿੱਚ ਔਰ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਗੱਡੀ ਦੀ ਲਾਈਟ ਦੀ ਰੋਸ਼ਨੀ ਉਹਦੇ ਤੇ ਪਵੇ ਉਹ ਰਿਫਲੈਕਟ ਹੋਵੇ, ਔਰ ਜਿਹੜਾ ਡਰਾਈਵਰ ਹੈ ਜਿਹੜਾ ਕਿ ਓਵਰ ਸਪੀਡ 'ਚ ਜਾ ਰਿਹਾ ਜਾਂ ਸਪੀਡ 'ਚ ਜਾ ਰਿਹਾ ਉਹ ਟਕਰਾ ਕੇ ਉਸ ਪਸ਼ੂ ਦੇ ਨਾਲ ਟੱਕਰ ਖਾਣ ਕਰਕੇ ਉਹਦੇ ਹਾਦਸਾ ਹੋ ਸਕਦਾ ਹੈ, ਉਹ ਰਿਫਲੈਕਟ ਹੋਊਗਾ ਬੈਂਡ ਤੇ ਉਹ ਅਲਰਟ ਹੋ ਸਕਦਾ, ਉਹਦੇ ਨਾਲ ਹਾਦਸੇ ਦੇ ਵਿੱਚ ਬਚਾਅ ਹੋ ਸਕਦਾ। ਇਸ ਕਰਕੇ ਅਸੀਂ ਰੇਡੀਅਮ ਰਿਫਲੈਕਟਡ ਬੈਂਡ ਜਿਹੜੇ ਸੀਗੇ ਉਹ ਘੱਟੋ ਘੱਟ 700 ਤੋਂ ਲੈ ਕੇ 800 ਦੇ ਕਰੀਬ ਅਸੀਂ ਇਸ ਏਰੀਆ ਦੇ ਵਿੱਚ ਪਾਏ ਸੀ। ਸੋ ਕੁੰਦਨ ਜੀ, ਕਾਫੀ
ਸ਼ਲਾਘਾਯੋਗ ਜਿਹੜੇ ਕਦਮ ਤੁਸੀਂ ਇਸ ਪੂਰੀ ਮੁਹਿੰਮ ਦੇ ਵਿੱਚ ਚੱਕ ਚੁੱਕੇ ਹੋ। ਅਸੀਂ ਦਰਸ਼ਕਾਂ ਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ, ਪਿੱਛੇ ਤਸਵੀਰਾਂ ਦਰਸ਼ਕ ਦੇਖ ਸਕਦੇ ਨੇ ਕਿ ਕਿਸ ਤਰ੍ਹਾਂ ਰੂਲ ਫਾਲੋਜ਼ ਕਲੱਬ ਵੱਲੋਂ ਜਿਹੜੀ ਆਪਣੀ ਮੁਹਿੰਮ ਦੇ ਦੌਰਾਨ ਟ੍ਰੈਫਿਕ ਮਾਰਸ਼ਲ ਦੇ ਤੌਰ ਤੇ ਵੀ ਇਹਨਾਂ ਨੇ ਕਾਫੀ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਹੋ। ਔਰ ਜਿਹੜਾ ਅਵਾਰਾ ਪਸ਼ੂਆਂ ਦੇ ਗਲ ਦੇ ਵਿੱਚ ਰਿਫਲੈਕਟਿਵ ਟੈਗ ਪਾਉਣਾ, ਉਹ ਵੀ ਇੱਕ ਬੜਾ ਅਹਿਮ ਕਦਮ ਜਿਹੜਾ ਰੂਲ ਫਾਲੋਜ਼ ਕਲੱਬ ਵੱਲੋਂ ਚੁੱਕਿਆ ਗਿਆ। ਔਰ ਰੋਡ ਸੇਫਟੀ ਦੇ ਲਈ ਇਹ ਚੀਜ਼ ਬਹੁਤ ਜ਼ਰੂਰੀ ਸੀਗੀ, ਕਿਉਂਕਿ ਅਕਸਰ ਜਿਹੜੇ ਰਾਤ ਦੇ ਹਨੇਰੇ ਦੇ ਵਿੱਚ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ, ਉਹ ਕਈ ਵਾਰੀ ਮੇਜਰ ਐਕਸੀਡੈਂਟਸ ਦਾ ਕਾਰਨ ਬਣ ਜਾਂਦੇ ਨੇ। ਔਰ ਰਿਫਲੈਕਟਿਵ ਟੈਗ ਦੇ ਨਾਲ ਦੂਰੋਂ ਲਾਈਟ ਦੇ ਨਾਲ ਚਮਕਣਗੇ, ਔਰ ਉਹਨਾਂ ਨੂੰ ਕੋਈ ਵੀ ਕੰਪਿਊਟਰ ਹੈ ਜਿਹੜਾ, ਚਾਹੇ ਉਹ ਬਾਈਕ ਤੇ ਹੈ ਚਾਹੇ ਉਹ ਕਾਰ ਤੇ, ਉਹ ਦੂਰੋਂ ਦੇਖ ਸਕਦਾ ਔਰ ਐਕਸੀਡੈਂਟ ਨੂੰ ਜਿਹੜਾ ਹੋਣ ਤੋਂ ਪਹਿਲਾਂ ਹੀ ਬਚਾਇਆ ਜਾ ਸਕਦਾ। ਸੋ ਕੁੰਦਨ ਜੀ, ਰੂਲ ਫਾਲੋਜ਼ ਕਲੱਬ ਦੇ ਜਿਹੜੇ ਆਉਣ ਵਾਲੇ ਭਵਿੱਖ ਦੇ ਵਿੱਚ ਤੁਸੀਂ ਕੀ ਯੋਜਨਾਵਾਂ ਬਣਾਈਆਂ ਨੇ, ਜਾਂ ਕੀ ਤੁਹਾਡੇ ਫਿਊਚਰ ਪਲਾਨਸ ਨੇ ਜਿਹੜੇ ਤੁਸੀਂ ਰੂਲ ਫਾਲੋਜ਼ ਕਲੱਬ ਦੇ ਲਈ ਲੈ ਕੇ ਚੱਲ ਰਹੇ ਹੋ? ਇੱਕ ਸਾਡੀ ਕੰਪੇਨਿੰਗ ਸੀਗੀ ਸ਼ੇਅਰ ਦਾ ਰੋਡ, ਉਹਦੇ ਵਿੱਚ ਸੀ ਸਾਡੀ ਕੋਸ਼ਿਸ਼ ਇਹ ਸੀ ਕਾਰਪੋਰੇਸ਼ਨ ਨੂੰ ਵੀ ਔਰ ਖਾਸ ਕਰਕੇ ਟਰਾਂਸਪੋਰਟ ਮਿਨਿਸਟਰੀ ਨੂੰ ਵੀ ਅਸੀਂ ਇਸ ਪ੍ਰਤੀ ਜਾਣੂ ਕਰਵਾਉਣਾ ਚਾਹੁੰਦੇ ਸੀ। ਔਰ ਸਾਡੀ ਮੰਗ ਵੀ ਸੀ ਵੀ ਰੋਡ ਦੇ ਉੱਪਰ ਸਭ ਦਾ ਅਧਿਕਾਰ ਹੈ। ਜ਼ਿਆਦਾਤਰ ਹਾਦਸੇ, ਜੇ ਆંકੜਿਆਂ ਦੀ ਗੱਲ ਕਰਾਂ ਤਾਂ 18 ਤੋਂ 20% ਹਾਦਸਿਆਂ ਦੇ ਵਿੱਚ ਮੌਤਾਂ ਦੀ ਜਿਹੜੀ ਸੰਖਿਆ ਆ ਉਹ ਸਾਈਕਲ ਔਰ ਜਿਹੜੇ ਪੈਦਲ ਚੱਲਣ ਵਾਲੇ ਯਾਤਰੀ ਨੇ ਉਹਨਾਂ ਦੀ ਵੀ ਹੈ। ਤੇ ਪੈਦਲ ਚੱਲਣ ਵਾਸਤੇ ਪੈਡਿਸਟਰੀਅਨ ਜਿਹੜੇ ਸਟੈਪ ਬਣਾਏ ਹੁੰਦੇ ਨੇ ਉਹ ਜਾਂ ਤਾਂ ਹੈ ਨਹੀਂ, ਜਾਂ ਹੈ ਤੇ ਉਹਨਾਂ ਤੇ ਕਬਜ਼ਾ ਹੈ। ਤੇ ਪੈਦਲ ਚੱਲਣ ਵਾਲਾ ਵਿਅਕਤੀ ਆ ਉਹ ਕਿੱਥੇ ਜਾਊਗਾ? ਜਦੋਂ ਰੋਡ ਤੇ ਚੱਲਦਾ ਤੇ ਉਹ ਐਕਸੀਡੈਂਟ ਦਾ ਜਿਹੜਾ ਹੈ ਉਹ ਬਣਦਾ। ਤੇ ਇਸ ਕਰਕੇ ਸ਼ੇਅਰ ਦਾ ਰੋਡ ਇੱਕ ਸਾਡੀ ਕੰਪੇਨਿੰਗ ਜਿਹੜੀ ਆ ਫਿਊਚਰ ਦੇ ਵਿੱਚ ਅਸੀਂ ਚਲਾਵਾਂਗੇ। ਔਰ ਉਸ ਦੇ ਨਾਲ ਸਾਡੀਆਂ ਸ਼ਾਰਟ ਮੂਵੀਜ਼ ਦੇ ਰਾਹੀਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਨੁੱਕੜ ਨਾਟਕ ਦੇ ਰਾਹੀਂ, ਅਲੱਗ-ਅਲੱਗ ਆਪਣੇ ਚੌਂਕਾਂ ਦੇ ਵਿੱਚ ਇੱਕ ਸਾਡਾ ਜਿਹੜੀ ਕਲੱਬ ਸੰਸਥਾ ਦੇ ਜਿਹੜੇ ਮੈਂਬਰ ਨੇ ਉਹ ਇੱਕ ਜੈਕਟ ਟਾਈਪ ਪਾ ਕੇ ਟ੍ਰੈਫਿਕ ਰੂਲ ਦੇ ਨਾਲ ਸੰਬੰਧਿਤ ਉਹ ਅਸੀਂ ਅਵੇਅਰ ਕਰਦੇ ਹਾਂ ਪੰਫਲੇਟ ਦੇ ਰਾਹੀਂ। ਯਾਨੀ ਤਰ੍ਹਾਂ ਦੇ ਜਿਹੜੇ ਤਰੀਕੇ ਨੇ ਉਸ ਦੇ ਰਾਹੀਂ ਕੋਈ ਵੀ ਐਸਾ ਤਰੀਕਾ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਕੋਸ਼ਿਸ਼ ਇਹ ਹੈ ਵੀ ਜਨ ਤੱਕ ਇਹ ਸੰਦੇਸ਼ ਜਾਵੇ ਕਿ ਰੋਡ ਸੇਫਟੀ ਜਿਹੜਾ ਵਿਸ਼ਾ ਹੈ ਉਹ ਸਭ ਦੇ ਲਈ ਇੱਕ ਸੋਚਣ ਵਾਲਾ ਵਿਸ਼ਾ ਹੈ ਔਰ ਇਹਦੇ ਉੱਪਰ ਗੱਲਬਾਤ ਹੋਣੀ ਚਾਹੀਦੀ ਹੈ। ਇਹਦੇ ਨਾਲ ਦੇ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਰੋਡ ਸੇਫਟੀ ਦਾ ਵਿਸ਼ਾ ਹੈ ਉਹ ਅਸੀਂ ਵੱਧ ਚੜ ਕੇ ਸਕੂਲ, ਕਾਲਜ ਔਰ ਛੋਟੇ ਜਿਹੜੇ ਸਕੂਲ ਨੇ ਉੱਥੇ ਅਸੀਂ ਜ਼ਿਆਦਾ ਕੰਮ ਕਰਨਾ ਚਾਹੁੰਦੇ ਹਾਂ। ਬਾਈਕਸ ਬਾਰੇ ਵੀ ਗੱਲ ਕਰ ਲਈ, 2 ਵੀਲਰਸ ਦੀ ਗੱਲ ਹੋ ਗਈ ਜਾਂ 4 ਵੀਲਰਸ ਬਾਰੇ ਵੀ ਗੱਲ ਹੋ ਗਈ ਹੈ, ਲੇਕਿਨ ਇੱਕ ਵੱਡਾ ਸੈਗਮੈਂਟ ਜੇ ਆਪਾਂ ਗੱਲ ਕਰੀਏ ਹੈਵੀ ਟਰਾਂਸਪੋਰਟ ਵਾਹੀਕਲਸ ਦੀ, ਜਿਹਦੇ ਵਿੱਚ ਟਰੱਕਸ ਵੀ ਆਉਂਦੇ ਨੇ ਔਰ ਬੱਸਿਸ ਵੀ ਆਉਂਦੇ ਨੇ। ਔਰ ਦੇਖਿਆ ਜਾਏ ਤਾਂ ਕਾਫੀ ਜਿਹੜੇ ਹੈਵੀ ਟਰੱਕ ਡਰਾਈਵਰਸ ਨੇ ਜਾਂ ਬੱਸਿਸ ਦੇ ਡਰਾਈਵਰ ਨੇ ਉਹ ਨਸ਼ਿਆਂ ਦੇ ਆਦੀ ਹੁੰਦੇ ਨੇ। ਔਰ ਕਈ ਵਾਰੀ ਉਹ ਲੰਬੇ ਸਫ਼ਰ ਦੇ ਵਿੱਚ ਉਹਨਾਂ ਨੂੰ ਨੀਂਦ ਦਾ ਚੌਂਕਾ ਆ ਜਾਂਦਾ, ਕਿਉਂਕਿ ਦੇਖਿਆ ਜਾਏ ਤਾਂ ਜਿਹੜੇ ਲੌਂਗ ਰੂਟ ਤੇ ਜਿਹੜੇ ਟਰੱਕਸ ਚੱਲਦੇ ਨੇ ਜਾਂ ਬੱਸਿਸ ਚੱਲਦੇ ਨੇ ਉਹਨਾਂ ਦੇ ਡਰਾਈਵਰਸ ਨੂੰ ਰੈਸਟ ਕਰਨ ਦਾ ਜਿਹੜਾ ਸਮਾਂ ਘੱਟ ਮਿਲਦਾ। ਔਰ ਕਈ ਵਾਰੀ ਨੀਂਦ ਦੇ ਚੱਲਦਿਆਂ ਜਿਹੜੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ, ਜਾਂ ਕਈ ਵਾਰੀ ਉਹ ਸਾਈਡ ਤੇ ਗੱਡੀ ਲਗਾ ਕੇ ਰੈਸਟ ਕਰ ਰਹੇ ਹੁੰਦੇ ਨੇ ਔਰ ਕਈ ਵਾਰ ਪਾਰਕਿੰਗ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਗਲਤ ਜਗ੍ਹਾ ਤੇ ਪਾਰਕਿੰਗ ਕੀਤੀ ਹੁੰਦੀ ਔਰ ਇੱਕ ਵੱਡੇ ਹਾਦਸੇ ਦਾ ਰੂਪ ਲੈ ਲੈਂਦੀ ਹੈ, ਜਿਹਦੀ ਤੁਸੀਂ ਇੱਕ ਉਦਾਹਰਣ ਵੀ ਦਿੱਤੀ ਸਕੂਲੀ ਬੱਚੇ ਦੀ। ਅਜਿਹੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ? ਦੇਖੋ, ਸਾਡੀ ਜਿਹੜੀ ਸੰਸਥਾ ਹੈ, ਜਿਵੇਂ ਤੁਹਾਨੂੰ ਦੱਸਿਆ ਵੀ ਅਵੇਅਰਨੈਸ ਦਾ ਕੰਮ ਕਰ ਰਹੇ ਹਾਂ ਅਸੀਂ। ਅਲੱਗ-ਅਲੱਗ ਜਿਵੇਂ ਟਰਾਂਸਪੋਰਟ ਨਗਰ ਦੇ ਵਿੱਚ ਟਰਾਂਸਪੋਰਟ ਕੰਪਨੀਆਂ ਨੇ, ਉਹਨਾਂ ਦੇ ਨਾਲ ਮਿਲ ਕੇ ਵੀ ਅਸੀਂ ਕੰਮ ਕਰਨ ਵਾਲੇ ਹਾਂ ਵੀ ਉਹਨਾਂ ਦੀ ਜਿਹੜੇ ਡਰਾਈਵਰ ਨੇ ਉਹਨਾਂ ਦਾ ਵੀ ਵਰਕਸ਼ਾਪ ਕੀਤਾ ਜਾਵੇ, ਇੱਕ ਵਾਰੀ ਵਰਕਸ਼ਾਪ ਲਗਾਇਆ ਜਾਵੇ। ਔਰ ਜਿਹੜੀ ਤੁਸੀਂ ਗੱਲ ਨਿੰਦਰੇ ਦੀ ਕੀਤੀ ਹੈ ਉਹਦੇ ਵਿੱਚ ਹੁੰਦਾ ਕੀ ਹੈ, ਡਰਾਈਵਰ ਜਦੋਂ ਨਸ਼ਾ ਕਰਕੇ ਚੱਲਦੇ ਨੇ, ਨਸ਼ੇ ਦੇ ਵਿੱਚ ਤਾਂ ਕੁਝ ਨਹੀਂ ਪਤਾ ਲੱਗਦਾ, ਨਸ਼ੇ ਦੇ ਵਿੱਚ ਵੀ ਇੱਕ ਜਿਹੜੇ ਹੈਵੀ ਗੱਡੀਆਂ ਦਾ ਜਿਹੜਾ ਐਕਸੀਡੈਂਟ ਹੋਣਾ ਉਹ ਵੀ ਇੱਕ ਕਾਰਨ ਹੈ। ਦੂਸਰਾ ਸਭ ਤੋਂ ਵੱਡਾ ਕਾਰਨ ਹੈ ਨੀਂਦਰੇ ਡਰਾਈਵਿੰਗ ਕਰਨਾ। ਜਦੋਂ ਨੀਂਦਰੇ ਡਰਾਈਵਿੰਗ ਕਰਦੇ ਆ ਹੁੰਦਾ ਕੀ ਹੈ ਵੀ ਸਾਰੀ ਰਾਤ ਡਰਾਈਵਿੰਗ ਕੀਤੀ, ਉਸ ਤੋਂ ਬਾਅਦ ਸਵੇਰੇ ਥੋੜਾ ਜਿਹਾ ਹੀ ਅੱਖ ਦਾ ਝੋਕਾ ਲੱਗਿਆ ਤੇ ਨਾਲ ਹੀ ਐਕਸੀਡੈਂਟ ਵਾਪਰ ਗਿਆ। ਇਹਦੇ ਲਈ ਕੀ ਹੈ, ਇੱਕ ਤਾਂ ਅਸੀਂ ਅਵੇਅਰਨੈਸ ਕਰ ਹੀ ਰਹੇ ਹਾਂ, ਦੂਸਰਾ ਸਰਕਾਰ ਨੇ ਕੀ ਕੀਤਾ, ਟਰਾਂਸਪੋਰਟ ਮਿਨਿਸਟਰੀ ਦਾ ਜਿਹੜਾ ਹੈ, ਮੈਂ ਜਾਣਕਾਰੀ ਦੇ ਦੇਵਾਂ ਵੀ ਟਰਾਂਸਪੋਰਟ ਮਿਨਿਸਟਰੀ ਨੇ ਵੀ ਇੱਕ ਕਦਮ ਚੁੱਕਿਆ ਹੈ ਕਿ ਹਾਈਵੇਜ਼ ਦੇ ਉੱਪਰ ਹਰ 12 ਤੋਂ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਰੈਸਟ ਰੂਮ ਬਣਾ ਰਹੇ ਹੈ ਔਰ ਡਰਾਈਵਰਾਂ ਨੂੰ ਵੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਔਰ ਸਾਡੀ ਸੰਸਥਾ ਵੱਲੋਂ ਵੀ ਅਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਡਰਾਈਵਰਾਂ ਨੂੰ ਸੜਕ ਦੇ ਉੱਪਰ ਗੱਡੀ ਖੜੀ ਕਰਕੇ ਰੈਸਟ ਨਾ ਕਰਨ, ਉਹ ਰੈਸਟ ਰੂਮ ਦੇ ਵਿੱਚ ਗੱਡੀ ਖੜੀ ਕਰਕੇ ਉਹ 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ, ਔਰ ਉਸ ਰੈਸਟ ਰੂਮ ਦੇ ਵਿੱਚ ਸਰਕਾਰ ਨੇ ਉਹਨਾਂ ਦੇ ਪਾਣੀ, ਲੈਟਰਿੰਗ, ਵਾਸ਼ਰੂਮ ਸਾਰਾ ਕੁਝ ਸੁਵਿਧਾ ਦਾ ਇੰਤਜ਼ਾਮ ਕੀਤਾ ਹੈ। ਤਾਂ ਡਰਾਈਵਰਾਂ ਤੱਕ ਗੱਲ ਪਹੁੰਚਾਉਣ ਦੀ ਲੋੜ ਹੈ ਵੀ ਰੋਡ ਦੇ ਉੱਪਰ ਆਪਦੀ ਗੱਡੀ ਨਾ ਖੜੀ ਕਰਕੇ ਉਸ ਰੈਸਟ ਰੂਮ ਦੇ ਵਿੱਚ ਜਾ ਕੇ ਆਪਦਾ ਰੈਸਟ ਕਰਨ। ਹੁਣ ਤੁਸੀਂ ਗੱਲ ਕੀਤੀ ਬੱਸਾਂ ਦੀ, ਬੱਸਾਂ ਦਾ ਕੀ ਹੁੰਦਾ, ਬੱਸ ਦੇ ਡਰਾਈਵਰ ਹੁੰਦੇ ਆ ਵੀ ਫਟਾਫਟ ਸਵਾਰੀ ਬਿਠਾ ਕੇ
ਸਟਾਪੇਜ ਘੱਟ ਹੋਵੇ ਔਰ ਜਸਟ ਤੋਂ ਜਲਦ ਆਪਣੇ ਉਸ ਡੈਸਟੀਨੇਸ਼ਨ ਤੱਕ ਪਹੁੰਚਣਾ। ਹੁਣ ਮੈਂ ਤੁਹਾਨੂੰ ਇੱਕ ਗੱਲ ਕਰ ਦਵਾਂ ਜਿਹੜੀ ਕਿ ਆਮ ਸਾਨੂੰ ਜਾਗਰੂਕ ਹੋਣ ਦੀ ਲੋੜ ਆ, ਅਸੀਂ ਜਾਗਰੂਕ ਵੀ ਕਰ ਰਹੇ ਹਾਂ। ਉਨਾਵ ਦੇ ਵਿੱਚ ਇੱਕ ਹਾਦਸਾ ਹੋਇਆ ਅੱਜ ਤੋਂ 3 ਮਹੀਨੇ ਪਹਿਲਾਂ। ਬੱਸ ਜਿਹੜੀ ਓਵਰ ਸਪੀਡ ਬੱਸ ਸੀ, ਓਵਰ ਸਪੀਡ ਬੱਸ ਨੇ ਜਾ ਕੇ ਓਵਰ ਸਪੀਡ ਬੱਸ ਦੇ ਵਿੱਚ ਟੱਕਰ ਮਾਰੀ, ਜਿਹਦੇ ਨਾਲ 40 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਅੱਗ ਲੱਗੀ ਉਸ ਬੱਸ ਦੇ ਵਿੱਚ ਔਰ 40 ਲੋਕਾਂ ਦੀ ਮੌਤ ਹੋ ਗਈ। ਹੁਣ ਅਸੀਂ ਜਾਗਰੂਕ ਕੀ ਕਰ ਰਹੇ ਹਾਂ ਵੀ ਜਦੋਂ ਵੀ ਮੈਂ ਜਾਂ ਤੁਸੀਂ ਜਾਂ ਕੋਈ ਵੀ ਅਸੀਂ ਬੱਸ ਦੇ ਵਿੱਚ ਡਰਾਈਵਿੰਗ ਕਰੀਏ ਤੇ ਜੇ ਸਾਨੂੰ ਲੱਗਦਾ ਕਿ ਇਹ ਸਾਡਾ ਬੱਸ ਵਾਲਾ ਡਰਾਈਵਰ ਓਵਰ ਸਪੀਡਿੰਗ ਕਰ ਰਿਹਾ ਤੇ ਬੇਝਿਜਕ ਹੋ ਕੇ ਅਸੀਂ ਬੱਸ ਵਾਲੇ ਨੂੰ ਕਹਿਣਾ ਵੀ ਭਾਈ ਸਾਹਿਬ ਗੱਡੀ ਹੌਲੀ ਚਲਾਓ। ਇਹ ਕਾਰਨ ਕੀ ਹੈ? ਕਈ ਵਾਰੀ ਕੀ ਹੁੰਦਾ ਬੱਸਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਪਿਛਲੇ ਦਹਾਕੇ ਦੇ ਵਿੱਚ ਕਾਫੀ ਜਿਹੜੀਆਂ ਲਗਜ਼ਰੀ ਬੱਸਸ ਆ ਗਈਆਂ ਨੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਬੱਸਸ ਆਉਂਦੀਆਂ ਸੀਗੀਆਂ ਉਹਨਾਂ ਦਾ ਮਤਲਬ ਕਾਫੀ ਖਸਤਾ ਹਾਲਤ 'ਚ ਹੁੰਦੇ ਸੀਗੇ, ਲੇਕਿਨ ਅੱਜ ਦੇ ਸਮੇਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਾਰੀਆਂ ਲਗਜ਼ਰੀ ਬੱਸਸ ਨੇ ਔਰ ਕਾਫੀ ਹਾਈ-ਫਾਈ ਬੱਸਾਂ ਨੇ ਔਰ ਉਹਨਾਂ ਦੀ ਸਪੀਡ ਦੀ ਵੀ ਅਗਰ ਗੱਲ ਕਰੀਏ ਤਾਂ ਬਹੁਤ ਹਾਈ ਸਪੀਡ ਤੇ ਉਹ ਚੱਲਦੀਆਂ ਨੇ। ਤੇ ਨੌਜਵਾਨ ਵਰਗ ਦੇ ਵਿੱਚ ਜਿਹੜਾ ਯੁਵਾ ਵਰਗ ਹੈ ਅਗਰ ਉਹ ਬੱਸਾਂ ਨੂੰ ਵੀ ਚਲਾਉਂਦਾ ਤਾਂ ਉਹ ਕਿਤੇ ਨਾ ਕਿਤੇ ਬੱਸ ਨੂੰ ਤੇਜ਼ ਚਲਾਉਣਾ ਆਪਣੀ ਇੱਕ ਸਟਾਈਲ ਸਟੇਟਮੈਂਟ ਨੂੰ ਬਣਾ ਲੈਂਦਾ ਕਿ ਮੈਂ ਬੱਸ ਬਹੁਤ ਜ਼ਿਆਦਾ ਤੇਜ਼ ਚਲਾਉਂਦਾ। ਜੀ ਬਿਲਕੁਲ ਉਹੀ ਮੈਂ ਦੱਸ ਰਿਹਾ ਵੀ ਡਰਾਈਵਰਾਂ ਦਾ ਇੱਕ ਓਵਰ ਕੌਨਫੀਡੈਂਸ ਹੈ ਜਿਹੜਾ ਜੀ ਓਵਰ ਕੌਨਫੀਡੈਂਸ ਸਭ ਤੋਂ ਵੱਡਾ ਕਾਰਨ ਹੈ ਐਕਸੀਡੈਂਟ ਦਾ। ਓਵਰ ਕੌਨਫੀਡੈਂਸ ਦੇ ਵਿੱਚ ਕੀ ਹੈ ਵੀ ਮੈਂ ਤਾਂ ਬੈਕ ਗੇਅਰ ਦੇ ਵਿੱਚ ਹੀ ਲੁਧਿਆਣੇ ਤੋਂ ਜਲੰਧਰ ਲੈ ਜਾਊਂਗਾ ਜੀ ਬਸ, ਬਿਲਕੁਲ ਠੀਕ ਹੈ ਨਾ। ਮੈਂ ਤਾਂ ਦਿੱਲੀ ਜਿਹੜਾ 4 ਘੰਟੇ ਦਾ ਰਸਤਾ ਹੈ ਮੈਂ ਤਾਂ 3 ਘੰਟੇ 'ਚ ਲਾ ਦੂੰਗਾ ਜੀ। ਯਾਨੀ ਇਹ ਓਵਰ ਕੌਨਫੀਡੈਂਸ ਹੈ ਜਿਹੜਾ ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਸੜਕ ਹਾਦਸਾ ਜਿਹੜਾ ਹੈ ਇੱਕ ਐਸਾ ਦੁਖਦਾਈ ਘਟਨਾ ਹੈ ਜਿਹੜਾ ਕਿ ਕਿਸੇ ਨਾਲ ਵੀ ਵਾਪਰ ਸਕਦਾ। ਇਹਦੇ ਵਿੱਚ ਓਵਰ ਕੌਨਫੀਡੈਂਸ ਸਾਨੂੰ ਨਹੀਂ ਹੋਣਾ ਚਾਹੀਦਾ ਔਰ ਡਰਾਈਵਰਾਂ ਤੱਕ ਗੱਲ ਪਹੁੰਚਾਉਣ ਦੇ ਲਈ ਅਲੱਗ-ਅਲੱਗ ਸੰਸਥਾਵਾਂ ਜਿਹੜੀਆਂ ਨੇ ਉਹ ਰੋਡ ਸੇਫਟੀ ਦੇ ਵਿਸ਼ੇ ਤੇ ਕੰਮ ਵੀ ਕਰ ਰਹੀਆਂ ਔਰ ਅੱਗੇ ਕਰਨਾ ਵੀ ਪਏਗਾ। ਜਾਂਦੇ ਜਾਂਦੇ ਤੁਸੀਂ ਆਮ ਜਨਤਾ ਨੂੰ ਔਰ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਦਾ? ਦੇਖੋ, ਸੜਕ ਹਾਦਸਾ ਜਿਹੜਾ ਇਹ ਸ਼ਬਦ ਹੀ ਬੜਾ ਦੁੱਖ ਦੇਣ ਵਾਲਾ ਸ਼ਬਦ ਹੈ ਔਰ ਪ੍ਰਮਾਤਮਾ ਨਾ ਕਰੇ ਕਿਸੇ ਦੇ ਨਾਲ ਇਹ ਹਾਦਸਾ ਹੋਵੇ। ਸਾਡੀ ਵੀ ਇਹੀ ਪ੍ਰਮਾਤਮਾ ਅੱਗੇ ਅਰਦਾਸ ਹੈ ਔਰ ਹਰ ਇੱਕ ਵਿਅਕਤੀ ਨੂੰ, ਹਰ ਇੱਕ ਬੰਦੇ ਨੂੰ ਇਸ ਚੀਜ਼ ਨੂੰ ਸਮਝਣਾ ਵੀ ਚਾਹੀਦਾ ਔਰ ਖਾਸ ਕਰਕੇ ਨੌਜਵਾਨ ਵਰਗ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਵੀ 45 ਤੋਂ 50 ਹਜ਼ਾਰ ਜਿਹੜੀ ਨੌਜਵਾਨ ਮੌਤਾਂ ਹੁੰਦੀਆਂ ਨੇ ਉਹ ਸੜਕ ਹਾਦਸਿਆਂ ਦੇ ਵਿੱਚ ਬਿਨਾਂ ਹੈਲਮਟ ਕਰਕੇ ਹੋ ਜਾਂਦੀਆਂ। ਕੁਝ ਹਾਦਸੇ ਹੁੰਦੇ ਨੇ ਜਿਵੇਂ ਕਿ ਹੋਰ ਵੀ ਬੜੇ ਕਾਰਨ ਨੇ, ਪਰ ਉਹ 50 ਹਜ਼ਾਰ ਮੌਤਾਂ ਨੂੰ ਵੀ ਅਸੀਂ ਰੋਕ ਸਕਦੇ ਹਾਂ ਜੇ ਆਪਾਂ ਹੈਲਮਟ ਦੀ ਵਰਤੋਂ ਕਰੀਏ ਔਰ ਉਸ ਦੇ ਨਾਲ ਹਰ ਤਰ੍ਹਾਂ ਦਾ ਜਿਹੜਾ ਟ੍ਰੈਫਿਕ ਨਿਯਮ ਹੈ ਜੋ ਸਰਕਾਰ ਨੇ ਬਣਾਏ ਨੇ ਉਹ ਸਾਨੂੰ ਫੋਲੋ ਕਰਨੇ ਚਾਹੀਦੇ ਆ ਤਾਂ ਜੋ ਕਿ ਦਿਨ ਪਰ ਦਿਨ ਸੜਕ ਹਾਦਸਿਆਂ ਦੇ ਵਿੱਚ ਹੋ ਰਹੀਆਂ ਮੌਤਾਂ ਨੇ ਉਹਨਾਂ ਦੇ ਉੱਪਰ ਜਿਹੜਾ ਉਸ ਗ੍ਰਾਫ ਨੂੰ ਅਸੀਂ ਘਟਾ ਸਕੀਏ। ਸੋ ਕੁੰਦਨ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਸਾਡੇ ਸਟੂਡੀਓ ਦੇ ਵਿੱਚ ਪਧਾਰੇ ਔਰ ਬੜੀ ਹੀ ਅਹਿਮ ਜਾਣਕਾਰੀ ਜਿਹੜੀ ਅੱਜ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇੱਕ ਵਾਰੀ ਫਿਰ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।